हेलो स्टूडेंट्स, आई एम सुखविंदर कौर, असिस्टेंट प्रोफैसर डिपार्टमेंट ऑफ इकनॉमिक्स, GGDST कॉलेज हरियाणा हुशियारपुर। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਕਮਿਊਲੇਟਿਵ ਫ੍ਰੀਕੁਐਂਸੀ ਦੇ ਕੇਸ ਦੇ ਵਿੱਚ ਅਰਿਥਮੈਟਿਕ ਮੀਨ ਦੀ ਕੈਲਕੂਲੇਸ਼ਨ ਤੇ ਦੂਸਰਾ ਕੰਬਾਈਨਡ ਮੀਨ ਦੇ ਵਿੱਚ ਅਰਿਥਮੈਟਿਕ ਦੀ ਕੈਲਕੂਲੇਸ਼ਨ ਜਿਹੜੀ ਆ ਉਹ ਕਰਨ ਜਾ ਰਹੇ ਆ। ਅਰਿਥਮੈਟਿਕ ਮੀਨ ਦੀ ਕੈਲਕੂਲੇਸ਼ਨ ਇਹ ਤੇ ਕਮਿਊਲੇਟਿਵ ਫ੍ਰੀਕੁਐਂਸੀ ਦੇ ਕੇਸ ਦੇ ਵਿੱਚ ਇੱਕ ਕੰਬਾਈਨਡ ਅਰਿਥਮੈਟਿਕ ਮੀਨ, ਇਹ ਦੋ ਟੌਪਿਕ ਅਸੀਂ ਕਰਨ ਜਾ ਰਹੇ ਹਾਂ। ਕਮਿਊਲੇਟਿਵ ਫ੍ਰੀਕੁਐਂਸੀ ਦੇ ਕੇਸ ਦੇ ਵਿੱਚ ਅਰਿਥਮੈਟਿਕ ਮੀਨ ਕਿਸ ਤਰ੍ਹਾਂ ਕੈਲਕੂਲੇਟ ਹੋਏਗਾ ਤੇ ਦੂਸਰਾ ਅਸੀਂ ਕਰਨ ਜਾ ਰਹੇ ਹਾਂ ਕਿ ਕੰਬਾਈਨਡ ਅਰਿਥਮੈਟਿਕ ਮੀਨ ਕਿਸ ਤਰ੍ਹਾਂ ਕੈਲਕੂਲੇਟ ਹੁੰਦਾ। ਤੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕੈਲਕੂਲੇਸ਼ਨ ਆਫ ਅਰਿਥਮੈਟਿਕ ਮੀਨ ਇਨ ਕੇਸ ਆਫ ਕਮਿਊਲੇਟਿਵ ਫ੍ਰੀਕੁਐਂਸੀ। ਤੇ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪਏਗਾ ਕਿ ਕਮਿਊਲੇਟਿਵ ਫ੍ਰੀਕੁਐਂਸੀ ਹੁੰਦੀ ਕੀ ਹੈ। ਜਦੋਂ ਤੁਹਾਨੂੰ ਫ੍ਰੀਕੁਐਂਸੀ ਹੈ ਜਿਹੜੀ ਦਿੱਤੀ ਗਈ ਫ੍ਰੀਕੁਐਂਸੀ ਜਾਂ ਤਾਂ ਲਗਾਤਾਰ ਅਸੈਂਡਿੰਗ ਆਰਡਰ ਦੇ ਵਿੱਚ ਹੋਵੇ ਜਾਂ ਲਗਾਤਾਰ ਡਿਸੈਂਡਿੰਗ ਆਰਡਰ ਦੇ ਵਿੱਚ ਹੋਵੇ, ਜਾਂ ਤਾਂ ਲਗਾਤਾਰ ਵੱਧਦੀ ਹੋਵੇ ਜਾਂ ਫਿਰ ਲਗਾਤਾਰ ਘਟਦੀ ਹੋਵੇ, ਅਤੇ ਉਹ ਫ੍ਰੀਕੁਐਂਸੀ, ਉਹ ਦਿੱਤੀ ਗਈ ਫ੍ਰੀਕੁਐਂਸੀ ਸਿੰਪਲ ਫ੍ਰੀਕੁਐਂਸੀ ਨਹੀਂ ਹੁੰਦੀ, ਉਹ ਕਮਿਊਲੇਟਿਵ ਫ੍ਰੀਕੁਐਂਸੀ ਹੁੰਦੀ ਹੈ। ਅਤੇ ਉਸ ਨੂੰ ਸਭ ਤੋਂ ਪਹਿਲਾਂ ਸਾਨੂੰ ਸਿੰਪਲ ਫ੍ਰੀਕੁਐਂਸੀ ਦੇ ਵਿੱਚ ਕਨਵਰਟ ਕਰਨਾ ਪੈਂਦਾ ਹੈ। ਅਤੇ ਇਹ ਗਿਵਨ ਪ੍ਰੋਬਲਮ ਜੋ ਸਾਹਮਣੇ ਆਪਾਂ ਦੇਖ ਰਹੇ ਹਾਂ, ਕਮਿਊਲੇਟਿਵ ਫ੍ਰੀਕੁਐਂਸੀ ਦੀ ਪ੍ਰੋਬਲਮ ਹੈ। ਇਹਦੇ ਵਿੱਚ ਦੇਖੋ ਮਾਰਕਸ ਦਿੱਤੇ ਪਏ ਨੇ ਸਾਨੂੰ, ਜਿਹੜੀ ਕਲਾਸ ਇੰਟਰਵਲ ਹੋਏਗੀ ਅਤੇ ਨੰਬਰ ਆਫ ਸਟੂਡੈਂਟਸ ਦਿੱਤੇ ਪਏ ਨੇ ਜਿਹੜੀ ਫ੍ਰੀਕੁਐਂਸੀ ਹੋਏਗੀ। ਮਾਰਕਸ ਦੇ ਓਪਨ ਐਂਡਡ ਇੰਟਰਵਲ ਹੈ ਜਿਹੜੀ ਲਾਸਟ ਕੇਸ ਦੇ ਵਿੱਚ, ਲਾਸਟ ਲੈਕਚਰ ਦੇ ਵਿੱਚ ਅਸਾਂ ਕੀਤਾ ਸੀ ਕੇਸ ਕਿ ਆਪਾਂ ਨੂੰ ਦਿੱਤਾ ਪਿਆ <10, <20, <30, <40 ਐਂਡ <50। ਜਦੋਂ ਲੈਸ ਦੈਨ ਜਾਂ ਬਿਲੋ ਦਿੱਤਾ ਪਿਆ ਹੋਵੇ ਅਤੇ ਉਹ ਉੱਪਰ ਲਿਮਿਟ ਹੁੰਦੀ ਹੈ, ਅਤੇ ਉਸਦੀ ਜਿਹੜੀ ਲੋਅਰ ਲਿਮਿਟ ਹੈ ਉਹ ਤੁਸੀਂ ਆਪ ਜਿਹੜੀ ਆ ਉਹ ਕ੍ਰੀਏਟ ਕਰਨੀ ਹੁੰਦੀ ਹੈ। ਉੱਪਰ ਲਿਮਿਟ ਆਪਣੀ 10, 20, 30, 40, 50, 10, 20, 30, 40 ਐਂਡ 50 ਹੈ। 10 ਦਾ ਗੈਪ ਹੈ, ਇਸ ਲਈ 10 ਦਾ ਗੈਪ ਦੇ ਕੇ ਹੀ ਅਸੀਂ ਕਲਾਸ ਇੰਟਰਵਲ ਜਿਹੜੀ ਬਣਾ ਲੈਂਦੇ ਹਾਂ। ਅਤੇ ਕਲਾਸ ਇੰਟਰਵਲ ਸਾਡੀ ਬਣ ਜਾਂਦੀ 0 to 10, 10 to 20, 20 to 30, 30 to 40 ਐਂਡ 40 to 50। ਹੁਣ ਅਸੀਂ ਫ੍ਰੀਕੁਐਂਸੀ 'ਤੇ ਆਉਂਦੇ ਹਾਂ। ਫ੍ਰੀਕੁਐਂਸੀ 5, 17, 31, 41 ਐਂਡ 49। ਫ੍ਰੀਕੁਐਂਸੀ ਸਾਡੇ ਕੋਲ 5, 17, 31, 41 ਐਂਡ 19। ਇਹ ਲਗਾਤਾਰ ਇਨਕਰੀਜ਼ ਹੁੰਦੀ ਫ੍ਰੀਕੁਐਂਸੀ ਹੈ, ਲਗਾਤਾਰ ਵੱਧ ਰਹੀ ਹੈ ਫ੍ਰੀਕੁਐਂਸੀ। ਜਾਂ ਫ੍ਰੀਕੁਐਂਸੀ ਲਗਾਤਾਰ ਵੱਧਦੀ ਪਈ ਹੋਵੇ ਜਾਂ ਲਗਾਤਾਰ ਘਟਦੀ ਪਈ ਹੋਵੇ, ਅਤੇ ਉਹ ਫ੍ਰੀਕੁਐਂਸੀ ਸਿੰਪਲ ਫ੍ਰੀਕੁਐਂਸੀ ਨਾ ਹੋ ਕੇ ਉਹ ਫ੍ਰੀਕੁਐਂਸੀ ਕੀ ਹੁੰਦੀ ਹੈ, ਕਮਿਊਲੇਟਿਵ ਫ੍ਰੀਕੁਐਂਸੀ। ਉਹ ਫ੍ਰੀਕੁਐਂਸੀ ਹੁੰਦੀ ਹੈ ਕਮਿਊਲੇਟਿਵ ਫ੍ਰੀਕੁਐਂਸੀ। ਅਤੇ ਇਸ ਕਮਿਊਲੇਟਿਵ ਫ੍ਰੀਕੁਐਂਸੀ ਨੂੰ ਸਾਨੂੰ ਸਭ ਤੋਂ ਪਹਿਲਾਂ ਸਿੰਪਲ ਫ੍ਰੀਕੁਐਂਸੀ ਦੇ ਵਿੱਚ ਕਨਵਰਟ ਕਰਨਾ ਪਏਗਾ। ਦੇਖੋ ਕਮਿਊਲੇਟਿਵ ਫ੍ਰੀਕੁਐਂਸੀ ਹੈ 5, 17, 31, 41 ਐਂਡ 49। ਇਸ ਨੂੰ ਆਪਾਂ ਨੂੰ ਸਿੰਪਲ ਫ੍ਰੀਕੁਐਂਸੀ ਦੇ ਵਿੱਚ ਕਨਵਰਟ ਕਰਨਾ ਪਏਗਾ। ਜੋ ਤੁਹਾਡੀ ਸਮੋਲੈਸਟ ਵੈਲਿਊ, ਜੇ ਇਹ ਤਾਂ ਸਾਡੀ ਜਿਹੜੀ ਇਸ ਗਿਵਨ ਪ੍ਰੋਬਲਮ ਦੇ ਵਿੱਚ ਅਸੈਂਡਿੰਗ ਆਰਡਰ ਦੀ ਫ੍ਰੀਕੁਐਂਸੀ ਹੈ, ਜੇ ਡਿਸੈਂਡਿੰਗ ਆਰਡਰ ਦੀ ਵੀ ਹੋਏ ਤਾਂ ਆਪਾਂ ਨੀਚੇ ਤੋਂ ਸਟਾਰਟ ਕਰਾਂਗੇ। ਲੋਐਸਟ ਵੈਲਿਊ ਆਪਾਂ ਇਸ ਤਰ੍ਹਾਂ ਹੀ ਲਿਖ ਦਿੰਦੇ ਹਾਂ 5, ਉਸ ਤੋਂ ਬਾਅਦ ਸੈਕਿੰਡ ਮਾਈਨਸ ਫਸਟ 17 ਮਾਈਨਸ 5 12, ਉਸ ਤੋਂ ਬਾਅਦ ਥਰਡ ਮਾਈਨਸ ਸੈਕਿੰਡ ਦੈਟ ਇਜ਼ 31 ਮਾਈਨਸ 17 4, 41 ਮਾਈਨਸ 31 that is 10 and 49 minus 41 8। ਇਸ ਤਰ੍ਹਾਂ ਮੀਨਸ ਕਰੰਟ ਮਾਈਨਸ ਪ੍ਰੀਵੀਅਸ ਜੋ ਵੈਲਿਊ ਹੈ ਉਹ ਆਪਾਂ ਕਰਾਂਗੇ, ਅਤੇ ਸਾਡੀ ਜਿਹੜੀ ਫ੍ਰੀਕੁਐਂਸੀ ਹੈ ਉਹ ਸਿੰਪਲ ਫ੍ਰੀਕੁਐਂਸੀ ਕੈਲਕੂਲੇਟ ਹੋ ਜਾਏਗੀ। ਅਤੇ ਇੱਥੇ ਦੇਖਣਾ ਪਏਗਾ ਕਿ ਜਿਹੜੀ ਅਸੀਂ ਫ੍ਰੀਕੁਐਂਸੀ ਕੈਲਕੂਲੇਟ ਕੀਤੀ ਹੈ ਕਿ ਉਹ ਕਰੈਕਟ ਹੈ ਜਾਂ ਨਹੀਂ ਕਰੈਕਟ। ਅਤੇ ਇਸ ਦੇ ਲਈ ਆਪਾਂ ਨੂੰ ਸਿੰਪਲ ਫ੍ਰੀਕੁਐਂਸੀ ਨੂੰ ਐਡ ਕਰਨਾ ਪਏਗਾ। 5 + 12 17 + 14 21 31 + 10 41 + 8 49। ਅਤੇ ਇਸ ਸਿੰਪਲ ਫ੍ਰੀਕੁਐਂਸੀ ਨੂੰ ਐਡ ਕਰਨ 'ਤੇ, ਇਹ ਜੋ ਸਿੰਪਲ ਫ੍ਰੀਕੁਐਂਸੀ ਅਸੀਂ ਇੱਥੇ ਕੈਲਕੂਲੇਟ ਕੀਤੀ ਹੈ, ਇਸ ਨੂੰ ਐਡ ਕਰਨ 'ਤੇ ਤੁਹਾਡਾ ਵਾਪਸ ਟੋਟਲ ਹੈ ਜੋ ਉਨਾ ਬਣ ਜਾਣਾ ਚਾਹੀਦਾ ਹੁੰਦਾ ਹੈ ਜਿੰਨੀ ਤੁਹਾਡੀ ਹਾਈਐਸਟ ਵੈਲਿਊ ਜਿਹੜੀ ਤੁਹਾਡੀ ਕਮਿਊਲੇਟਿਵ ਫ੍ਰੀਕੁਐਂਸੀ ਦੀ ਹੁੰਦੀ ਹੈ। ਅਤੇ ਜੇ ਉਹ ਉਨਾ ਬਣਦਾ ਹੈ ਤਾਂ ਇਸ ਤੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਤੁਹਾਡੀ ਜਿਹੜੀ ਕੈਲਕੂਲੇਟ ਕੀਤੀ ਗਈ ਫ੍ਰੀਕੁਐਂਸੀ ਹੈ ਉਹ ਇੱਕਦਮ ਕਰੈਕਟ ਹੈ। ਅਤੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਇਸ ਪ੍ਰੋਬਲਮ ਨੂੰ ਵੀ ਮੈਂ ਤੁਹਾਡੇ ਲਈ ਛੱਡਦੀ ਹਾਂ, ਇਸ ਨੂੰ ਤੁਸੀਂ ਆਪ ਹੀ ਕੈਲਕੂਲੇਟ ਕਰੋਗੇ। ਡਾਇਰੈਕਟ ਸ਼ਾਰਟਕਟ ਸਟੈਪ ਡਿਵੀਜ਼ਨ ਕੋਈ ਵੀ ਮੈਥਡ ਲਗਾਓਗੇ ਅਤੇ ਇਸ ਦਾ ਜਿਹੜਾ ਆਨਸਰ ਆ ਜਾਏਗਾ। ਸਾਰੇ ਮੈਥਡਸ ਦੇ ਨਾਲ ਆਨਸਰ ਸੇਮ ਰਹੇਗਾ। ਨੈਕਸਟ ਪ੍ਰੋਬਲਮ, ਨੈਕਸਟ ਟੋਪਿਕ ਜੋ ਅਸੀਂ ਅੱਜ ਕਰਨ ਜਾ ਰਹੇ ਹਾਂ, ਕੰਬਾਈਨਡ ਅਰਿਥਮੈਟਿਕ ਮੀਨ।
ਕੀ ਹੁੰਦਾ ਹੈ ਕੰਬਾਈਨਡ ਅਰਿਥਮੈਟਿਕ ਮੀਨ? ਇਫ ਵੀ ਹੈਵ ਅਰਿਥਮੈਟਿਕ ਮੀਨ ਐਂਡ ਨੰਬਰ ਆਫ ਆਈਟਮਸ ਆਫ 2 or more than 2 related such groups, we can calculate the combined mean of the whole group by using this formula। ਜੇਕਰ ਸਾਡੇ ਕੋਲੇ 2 ਜਾਂ 2 ਤੋਂ ਜ਼ਿਆਦਾ ਅਰਿਥਮੈਟਿਕ ਮੀਨ ਹੋਣ ਤੇ 2 ਜਾਂ 2 ਤੋਂ ਜ਼ਿਆਦਾ ਮੀਨਸ ਜਿੰਨੇ ਅਰਿਥਮੈਟਿਕ ਮੀਨ ਹੋਣ ਉਨੀਆਂ ਹੀ ਨੰਬਰ ਆਫ ਆਈਟਮਸ ਵੀ ਸਾਡੇ ਕੋਲੇ ਅਵੇਲੇਬਲ ਹੋਣ ਤੇ ਅਸੀਂ ਕੰਬਾਈਨਡ ਮੀਨ ਕੈਲਕੂਲੇਟ ਕਰ ਸਕਦੇ ਹਾਂ। ਲਾਈਕ ਜੇਕਰ ਅਸੀਂ ਕਿਸੇ ਕਾਲਜ ਦਾ 2 ਗਰੁੱਪਸ ਦਾ ਕੰਬਾਈਨਡ ਮੀਨ ਕੈਲਕੂਲੇਟ ਕਰਨਾ ਹੋਏ ਤੇ ਦੋਨੋਂ ਗਰੁੱਪਸ ਦੇ ਅਲੱਗ-ਅਲੱਗ ਮੀਨ ਸਾਡੇ ਕੋਲੇ ਅਵੇਲੇਬਲ ਹੋਣ ਤੇ ਦੋਨਾਂ ਦੇ ਨੰਬਰ ਆਫ ਆਈਟਮਸ ਜਿਹੜੇ ਆ ਉਹ ਸਾਡੇ ਕੋਲੇ ਅਵੇਲੇਬਲ ਹੋਣ। ਜੇ ਕਿਸੇ ਕਲਾਸ 'ਤੇ ਮੇਲ ਐਂਡ ਫੀਮੇਲ ਦਾ ਕੋਈ ਕੰਬਾਈਨਡ ਜਿਹੜਾ ਅਰਿਥਮੈਟਿਕ ਮੀਨ ਕੈਲਕੂਲੇਟ ਕਰਨਾ ਹੋਵੇ ਤੇ ਮੇਲ ਸਟੂਡੈਂਟਸ ਦਾ ਮੀਨ ਤੇ ਉਸਦੇ ਨੰਬਰ ਆਫ ਆਈਟਮਸ ਤੇ ਫੀਮੇਲ ਸਟੂਡੈਂਟਸ ਦਾ ਮੀਨ ਤੇ ਉਸਦੇ ਨੰਬਰ ਆਫ ਆਈਟਮਸ ਜੇ ਸਾਡੇ ਕੋਲੇ ਅਵੇਲੇਬਲ ਹੈਗੇ ਨੇ, ਜਾਂ ਕਿਸੇ ਫੈਕਟਰੀ ਦੇ ਮੇਲ ਵਰਕਰਸ ਤੇ ਫੀਮੇਲ ਵਰਕਰਸ ਦੇ ਮੀਨ ਐਂਡ ਉਹਨਾਂ ਦੇ ਨੰਬਰ ਆਫ ਆਈਟਮਸ ਸਾਡੇ ਕੋਲੇ ਅਲੱਗ-ਅਲੱਗ ਅਵੇਲੇਬਲ ਹੋਣਗੇ ਤਾਂ ਅਸੀਂ ਗਿਵਨ ਫਾਰਮੂਲਾ ਜੋ ਅਸੀਂ ਹੁਣੇ ਡਿਸਕਸ ਕਰਨ ਜਾ ਰਹੇ ਹਾਂ ਉਸ ਦੀ ਹੈਲਪ ਦੇ ਨਾਲ ਕੰਬਾਈਨਡ ਅਰਿਥਮੈਟਿਕ ਮੀਨ ਜੋ ਹੈ ਕੈਲਕੂਲੇਟ ਕਰ ਸਕਦੇ ਹਾਂ। ਕੰਬਾਈਨਡ ਅਰਿਥਮੈਟਿਕ ਮੀਨ ਨੂੰ ਕੈਲਕੂਲੇਟ ਕਰਨ ਦਾ ਜਿਹੜਾ ਫਾਰਮੂਲਾ ਸਾਡੇ ਕੋਲੇ ਉਹ ਹੈ ਕੰਬਾਈਨਡ ਮੀਨ। ਕੰਬਾਈਨਡ ਜੇ ਮੰਨ ਲਓ ਇਹ ਜਿਹੜੀ ਗਿਵਨ ਪ੍ਰੋਬਲਮ ਹੈ ਆਪਾਂ 2 ਆਈਟਮਸ ਦੇ ਲਈ ਕਰ ਰਹੇ ਹਾਂ ਤੇ ਮੰਨ ਲਓ ਸਾਡੇ ਕੋਲੇ 2 ਅਰਿਥਮੈਟਿਕ ਮੀਨ ਤੇ 2 ਨੰਬਰ ਆਫ ਆਈਟਮਸ ਅਵੇਲੇਬਲ ਨੇ ਤੇ ਫਾਰਮੂਲਾ ਹੋਏਗਾ A, that is mean first and second, means combined mean of 2 groups is equal to first mean into n1 plus second mean into n2 divided by first number of items plus second number of items। means ਪਹਿਲੇ ਮੀਨ ਨੂੰ ਪਹਿਲੀ n1 means ਉਸ ਦੀ ਜਿੰਨੀ ਵੀ ਨੰਬਰ ਆਫ ਆਈਟਮਸ ਆ ਉਸ ਦੇ ਨਾਲ ਮਲਟੀਪਲਾਈ ਕਰ ਦਿੰਦੇ ਆ, ਸੈਕਿੰਡ ਮੀਨ ਨੂੰ ਸੈਕਿੰਡ ਮੀਨ ਦੀਆਂ ਨੰਬਰ ਆਫ ਆਈਟਮਸ ਦੇ ਨਾਲ ਮਲਟੀਪਲਾਈ ਕਰ ਦਿੰਦੇ ਆ, ਫਿਰ ਦੋਨਾਂ ਨੂੰ ਐਡ ਕਰ ਦਿਆਂਗੇ ਤੇ ਡਿਨੋਮੀਨੇਟਰ ਦੇ ਵਿੱਚ ਨੰਬਰ ਆਫ ਆਈਟਮਸ ਦੋਨੋਂ ਗਰੁੱਪਸ ਦੀ ਅਲੱਗ-ਅਲੱਗ ਐਡ ਕਰ ਦਿਆਂਗੇ। ਇੱਥੇ ਲਿਖਿਆ ਵੀ ਹੋਇਆ ਵੇਅਰ x ਬਾਰ 1 2 ਕੀ ਹੈ ਜੀ ਕੰਬਾਈਨਡ ਮੀਨ, x1 ਬਾਰ ਕੀ ਹੈ ਅਰਿਥਮੈਟਿਕ ਮੀਨ ਆਫ ਦੀ ਫਸਟ ਗਰੁੱਪ, x ਬਾਰ 2 ਕੀ ਹੈ ਅਰਿਥਮੈਟਿਕ ਮੀਨ ਆਫ ਦੀ ਸੈਕੰਡ ਗਰੁੱਪ, n1 ਕੀ ਹੈ ਨੰਬਰ ਆਫ ਆਈਟਮਸ ਆਫ ਦਾ ਫਸਟ ਗਰੁੱਪ ਐਂਡ n2 ਕੀ ਹੈ ਨੰਬਰ ਆਫ ਆਈਟਮਸ ਆਫ ਦਾ ਸੈਕੰਡ ਗਰੁੱਪ। ਤੇ ਇਹ ਫਾਰਮੂਲਾ ਯੂਜ਼ ਕਰਕੇ ਆਪਾਂ ਜੋ ਕੈਲਕੂਲੇਸ਼ਨ ਹੈ ਅਰਿਥਮੈਟਿਕ ਮੀਨ ਉਹ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਠੀਕ ਇਸੇ ਤਰ੍ਹਾਂ ਜੇ ਸਾਡੇ ਕੋਲੇ 3 ਗਰੁੱਪਸ ਹੋਏ ਅਤੇ ਉਹਨਾਂ ਤਿੰਨੋਂ ਗਰੁੱਪਸ ਦੀ ਸਾਡੇ ਕੋਲੇ ਮੀਨ ਐਂਡ ਉਹਨਾਂ ਦੇ ਨੰਬਰ ਆਫ ਆਈਟਮ ਸਾਡੇ ਕੋਲੇ ਅਵੇਲੇਬਲ ਹੋਏ ਤਾਂ ਅਸੀਂ ਇਹ ਫਾਰਮੂਲਾ ਦੈਟ ਇਜ਼ ਕੰਬਾਈਨਡ ਮੀਨ ਫਸਟ ਸੈਕਿੰਡ ਐਂਡ ਥਰਡ ਆਈਟਮ ਇਹ ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ? ਨੰਬਰ ਆਫ ਆਈਟਮਸ ਆਫ ਦੀ ਫਸਟ ਗਰੁੱਪ ਇੰਟੂ ਫਸਟ ਮੀਨ ਪਲੱਸ ਨੰਬਰ ਆਫ ਆਈਟਮਸ ਆਫ ਦੀ ਸੈਕੰਡ ਗਰੁੱਪ ਇੰਟੂ ਸੈਕੰਡ ਮੀਨ ਪਲੱਸ ਨੰਬਰ ਆਫ ਆਈਟਮਸ ਆਫ ਦੀ ਥਰਡ ਗਰੁੱਪ ਇੰਟੂ ਥਰਡ ਮੀਨ ਡਿਵਾਈਡਡ ਬਾਈ ਫਸਟ ਨੰਬਰ ਆਫ ਆਈਟਮਸ ਸੈਕੰਡ ਨੰਬਰ ਆਫ ਆਈਟਮਸ ਐਂਡ ਥਰਡ ਨੰਬਰ ਆਫ ਆਈਟਮਸ। ਇਸ ਤਰ੍ਹਾਂ ਇਹ ਫਾਰਮੂਲਾ ਯੂਜ਼ ਕਰਕੇ ਅਸੀਂ ਕੰਬਾਈਨਡ ਮੀਨ ਇਨ ਕੇਸ ਆਫ 3 ਗਰੁੱਪਸ ਕੈਲਕੂਲੇਟ ਕਰ ਸਕਦੇ ਹਾਂ। ਅਤੇ ਹੁਣ ਅਸੀਂ ਨੈਕਸਟ ਇੱਕ ਨੂਮੈਰੀਕਲ ਦੀ ਹੈਲਪ ਦੇ ਨਾਲ ਕੰਬਾਈਨਡ ਮੀਨ ਦੀ ਜਿਹੜੀ ਕੈਲਕੂਲੇਸ਼ਨ ਆ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਨੂਮੈਰੀਕਲ ਜੋ ਗਿਵਨ ਪ੍ਰੋਬਲਮ ਹੈ ਸਾਡੇ ਕੋਲੇ ਦ ਮੀਨ ਹਾਈਟ ਆਫ 25 ਮੇਲ ਵਰਕਰਸ the mean height of 25 male workers in a factory is 61 centimeters। means ਕਿਸੇ ਫੈਕਟਰੀ ਦੇ ਵਿੱਚ 25 ਮੇਲ ਵਰਕਰਸ ਕੰਮ ਕਰਦੇ ਨੇ ਅਤੇ ਉਹਨਾਂ ਦੀ ਹਾਈਟ 61 ਸੈਂਟੀਮੀਟਰਸ ਹੈ ਮੀਨ ਹਾਈਟ। ਅਤੇ ਫਸਟ ਮੀਨ 61 ਹੋਇਆ ਅਤੇ ਨੰਬਰ ਆਫ ਆਈਟਮਸ ਕਿੰਨੇ ਹੋਏ 25। ਫਸਟ ਮੀਨ ਤੁਹਾਡਾ 61 ਐਂਡ ਨੰਬਰ ਆਫ ਆਈਟਮਸ 25 and the mean height of 35 female workers in the same factory। ਉਸੇ ਫੈਕਟਰੀ ਦੇ ਵਿੱਚ ਫੀਮੇਲ ਵਰਕਰਸ ਦੀ ਜੋ ਮੀਨ ਹਾਈਟ ਹੈ ਉਹ ਹੈ 58 ਸੈਂਟੀਮੀਟਰਸ। ਅਤੇ ਤੁਸੀਂ ਕੈਲਕੂਲੇਟ ਕਰਨੀ ਹੈ ਕੰਬਾਈਨਡ ਮੀਨ ਹਾਈਟ ਆਫ ਦੀ 60 ਵਰਕਰਸ ਇਨ ਦੀ ਫੈਕਟਰੀ ਦੇ ਵਿੱਚ ਨੰਬਰ ਆਫ ਆਈਟਮਸ ਮੇਲ ਵਰਕਰਸ 25 ਅਤੇ ਫੀਮੇਲ ਵਰਕਰਸ 35। ਫਸਟ ਮੀਨ 61 ਅਤੇ ਸੈਕੰਡ ਮੀਨ 58। ਅਤੇ ਇਸ ਦੀ ਹੈਲਪ ਦੇ ਨਾਲ ਤੁਸੀਂ ਕੈਲਕੂਲੇਟ ਕਰੋਗੇ ਕੰਬਾਈਨਡ ਮੀਨ। ਫਾਰਮੂਲਾ ਜਿਹੜਾ ਅਸੀਂ ਲਾਸਟ ਹੁਣੇ ਪਿਛਲੀ ਸਲਾਈਡ ਦੇ ਵਿੱਚ ਵੀ ਡਿਸਕਸ ਕਰਕੇ ਹਟੇ ਹਾਂ। ਕੰਬਾਈਨਡ ਮੀਨ ਇਜ਼ ਇਕੁਅਲ ਟੂ ਫਸਟ ਮੀਨ ਇੰਟੂ n1 ਪਲੱਸ ਸੈਕੰਡ ਮੀਨ ਇੰਟੂ n2 divided by number of items of the first group plus number of items of the second group। combined mean is equal to mean of the first group is 25, number of items of the first group are 61
plus mean of the second group is 35 and number of items of the second group are 58 divided by number of items of the first group 25 and number of items of the second group that is 35 कैलकुलेट करांगे कैलकुलेट ਕਰਨ ਤੇ ਸਾਡੇ ਕੋਲੇ ਆ ਜਾਂਦਾ ਹੈ 25 into 61 is equal to 1525 and 35 into 55 ਆ ਜਾਂਦਾ ਹੈ 2030 25 plus 35 is equal to 60 ਤੇ ਇਹ ਕੈਲਕੂਲੇਟ ਕਰਕੇ ਆ ਜਾਏਗਾ ਪਲੱਸ ਕਰਨ ਤੇ ਆ ਜਾਂਦਾ ਹੈ 3555 ਡਿਵਾਈਡਡ ਬਾਈ 60 ਤੇ ਕੈਲਕੂਲੇਸ਼ਨ ਤੇ ਸਾਡੇ ਕੋਲੇ ਜੋ ਮੀਨ ਕੰਬਾਈਨਡ ਮੀਨ ਆ ਉਹ ਆ ਜਾਏਗਾ 59.25 ਇਸ ਤਰ੍ਹਾਂ ਅਸੀਂ ਇਹਨਾਂ ਫਾਰਮੂਲਾਸ ਦੀ ਹੈਲਪ ਦੇ ਨਾਲ ਕੰਬਾਈਨਡ ਮੀਨ ਹੈ ਜੋ ਉਹ ਕੈਲਕੂਲੇਟ ਕਰ ਸਕਦੇ ਹਾਂ ਜੇ ਤੁਹਾਡੀ ਕੋਈ ਕੁਐਰੀ ਹੋਈ ਤਾਂ ਤੁਸੀਂ ਪੁੱਛ ਸਕਦੇ ਹੋ ਤੇ ਨੈਕਸਟ ਟੌਪਿਕ ਆਪਾਂ ਅਗਲੇ ਲੈਕਚਰ ਵਿੱਚ ਕਰਾਂਗੇ ਥੈਂਕ ਯੂ